ਹੈਲੋ ਸਟੂਡੈਂਟਸ, ਬੇਟਾ ਅੱਜ ਆਪਾਂ ਕਰਨੀ ਹੈ ਫਿਜ਼ੀਕਲ ਪ੍ਰੋਪਰਟੀਜ਼ ਆਫ ਕਾਰਬੋਕਸਿਲਿਕ ਐਸਿਡਸ। ਠੀਕ ਹੈ, ਫਿਜ਼ੀਕਲ ਪ੍ਰੋਪਰਟੀਜ਼ ਦੇ ਵਿੱਚ ਪਹਿਲਾਂ ਸਿੰਪਲ ਜਿਹੀਆਂ ਪ੍ਰੋਪਰਟੀਜ਼ ਆ। ਠੀਕ ਹੈ, ਇਹਦੇ ਵਿੱਚ ਕੁਝ ਜ਼ਿਆਦਾ ਲਿਖਣ ਵਾਲਾ ਨਹੀਂ ਹੈ, ਬਸ ਇਹਨੂੰ ਸੁਣ ਲੈਣਾ ਧਿਆਨ ਨਾਲ। ਸਮੈਲ, ਠੀਕ ਹੈ, ਫਸਟ ਪ੍ਰੋਪਰਟੀ ਆ ਜਾਂਦੀ ਹੈ ਸਮੈਲ। ਇਹਦੇ ਵਿੱਚ ਤੁਸੀਂ ਯਾਦ ਰੱਖਣਾ ਜਿਹੜੇ ਫਸਟ 3 ਮੈਂਬਰਸ ਹੁੰਦੇ ਆ ਬੇਸਿਕਲੀ ਜਿਹੜੇ ਐਲੀਫੈਟਿਕ ਐਸਿਡ ਹੋਣਗੇ। ਠੀਕ ਹੈ, ਇਹਨਾਂ ਦੀ ਪੰਜੈਂਟ ਸਮੈਲ ਹੁੰਦੀ ਹੈ, ਉਹ ਵੀ ਜ਼ਿਆਦਾ ਦੀ ਨਹੀਂ ਹੁੰਦੀ, ਥੋੜਿਆਂ ਦੀ ਹੈ। ਇੱਦਾਂ ਇਹਦੇ ਵਿੱਚੋਂ ਕੁਐਸਚਨ ਕਦੇ ਨਹੀਂ ਆਉਂਦਾ ਹੁੰਦਾ, ਫਿਰ ਵੀ ਮੈਂ ਕਰਵਾ ਦਿੰਦਾ। ਜਿਹੜੇ ਐਲੀਫੈਟਿਕ ਐਸਿਡਸ ਆ ਉਹਨਾਂ ਦੀ ਪੰਜੈਂਟ ਸਮੈਲ ਹੁੰਦੀ ਹੈ, ਤੇ ਜਿਹੜੇ ਐਰੋਮੈਟਿਕ ਐਸਿਡਸ ਹੁੰਦੇ ਆ ਉਹਨਾਂ ਦੀ ਸਮੈਲ ਨਹੀਂ ਹੁੰਦੀ। ਮੋਸਟਲੀ ਜਿਹੜੇ ਐਰੋਮੈਟਿਕ ਐਸਿਡਸ ਹੋਣਗੇ ਉਹਨਾਂ ਦੀ ਨੋ ਸਮੈਲ ਨਹੀਂ ਹੋਣੀ। ਆਪਾਂ ਕਿਆ ਲਿਖ ਸਕਦੇ ਹਾਂ, ਨੋ ਸਮੈਲ। ਠੀਕ ਹੈ, ਇੰਨਾ ਕੁ ਹੀ ਯਾਦ ਰੱਖਣਾ ਹੈ। ਸੈਕਿੰਡ ਪ੍ਰੋਪਰਟੀ ਸਾਡੇ ਕੋਲ ਆ ਜਾਂਦੀ ਹੈ ਫਿਜ਼ੀਕਲ ਸਟੇਟ। ਫਿਜ਼ੀਕਲ ਸਟੇਟ ਮੀਨਸ ਉਹ ਕਿਹੜੀ ਸਟੇਟ ਦੇ ਵਿੱਚ ਐਗਜ਼ਿਸਟ ਕਰਦੇ ਆ, ਸੋਲਿਡ ਆ, ਲਿਕੁਇਡ ਆ ਜਾਂ ਗੈਸਿਸ ਆ। ਇਹਦੇ ਵਿੱਚ ਸਿੰਪਲ ਚੀਜ਼ ਯਾਦ ਰੱਖਣੀ ਆ, ਜਿਹੜੇ ਕਾਰਬੋਕਸਿਲਿਕ ਐਸਿਡ ਜਿਨ੍ਹਾਂ ਦੇ ਵਿੱਚ 1 ਤੋਂ ਲੈ ਕੇ 10 ਤੱਕ ਕਾਰਬਨ ਐਟਮਸ ਆ, 1 ਤੋਂ ਲੈ ਕੇ ਕਿੱਥੇ ਤੱਕ ਆ, 10 ਤੱਕ ਕਾਰਬਨ ਐਟਮਸ ਆ, ਉਹ ਜ਼ਿਆਦਾਤਰ ਹੁੰਦੇ ਆ ਕਲਰਲੈਸ ਲਿਕੁਇਡਸ। ਕਿਆ ਹੁੰਦੇ ਆ? ਕਲਰਲੈਸ ਲਿਕੁਇਡਸ ਹੁੰਦੇ ਆ। ਠੀਕ ਹੈ, ਤੇ ਜਿਹੜੇ ਹੁੰਦੇ ਆ ਹਾਇਰ ਮੈਂਬਰਸ, ਠੀਕ ਹੈ, 10 ਤੋਂ ਜ਼ਿਆਦਾ ਵਾਲੇ ਹੋਣਗੇ, ਇਹ ਹਰੇਕ ਦੇ ਵਿੱਚ ਮੈਕਸਿਮਮ ਯੂਜ਼ ਹੁੰਦਾ। ਜਿਹੜੇ ਹਾਇਰ ਮੈਂਬਰਸ ਹੋਣਗੇ ਉਹਨਾਂ ਦੇ ਵਿੱਚ ਉਹ ਜ਼ਿਆਦਾਤਰ ਹੁੰਦੇ ਆ ਵੈਕਸੀ ਸੋਲਿਡ। ਵੈਕਸੀ ਸੋਲਿਡ ਮੀਨਸ ਜਿੱਦਾਂ ਵੈਕਸ ਹੁੰਦੀ ਆ, ਠੀਕ ਹੈ, ਜੈਲ ਟਾਈਪ, ਜੈਲ ਵਾਂਗੂ ਹੋ ਜਾਂਦੇ, ਥੋੜੇ ਥੋੜੇ ਵੈਕਸੀ ਸੋਲਿਡਸ ਹੋ ਜਾਂਦੇ ਆ। ਠੀਕ ਹੈ, ਇਹਦੇ ਵਿੱਚ ਤੁਸੀਂ ਉੱਦਾਂ ਹੀ ਯਾਦ ਰੱਖਣਾ ਜਿਹੜੇ ਲੋਅਰ ਮੈਂਬਰਸ ਆ, ਜਿੱਦਾਂ ਹੁਣ ਸਾਨੂੰ ਵੀ ਪਤਾ ਫਾਰਮਿਕ ਐਸਿਡ ਹੈ, ਐਸੀਟਿਕ ਐਸਿਡ ਹੈ, ਇਹ ਤਾਂ ਕਲਰਲੈਸ ਲਿਕੁਇਡ ਹੀ ਹੈ। ਬਟ ਜਿਹੜੇ ਹਾਇਰ ਮੈਂਬਰ ਹੋ ਜਾਂਦੇ ਆ ਉਹ ਕਿੱਦਾਂ ਦੇ ਹੋ ਜਾਂਦੇ ਆ? ਵੈਕਸੀ ਸੋਲਿਡ ਹੋ ਜਾਂਦੇ ਆ। ਓਕੇ, ਤੇ ਸਾਡੀ ਨੈਕਸਟ ਪ੍ਰੋਪਰਟੀ ਹੈਗੀ ਆ ਸੋਲੂਬਿਲਿਟੀ। ਠੀਕ ਹੈ ਬੇਟਾ, ਨੈਕਸਟ ਆ ਜਾਂਦਾ ਸੋਲੂਬਿਲਿਟੀ। ਸੋਲੂਬਿਲਿਟੀ ਦੇ ਵਿੱਚ ਤੁਸੀਂ ਯਾਦ ਰੱਖਣਾ ਜਿਹੜੇ ਐਲੀਫੈਟਿਕ ਐਸਿਡਸ, ਠੀਕ ਹੈ, ਜਿਹੜੇ ਐਲੀਫੈਟਿਕ ਐਸਿਡ ਆ ਉਹ 1 ਤੋਂ ਲੈ ਕੇ 5 ਤੱਕ ਜਿਹੜੇ ਛੋਟੇ ਆ, ਠੀਕ ਹੈ ਨਾ, ਮਤਲਬ ਜਿਨ੍ਹਾਂ 'ਚ 1 ਕਾਰਬਨ ਐਟਮ ਆ, 2 ਆ, 3 ਆ, 4 ਆ, ਉਹ ਬੇਸਿਕਲੀ ਵਾਟਰ ਸੋਲੂਬਲ ਹੁੰਦੇ ਆ। ਵਾਟਰ ਸੋਲੂਬਲ ਹੁੰਦੇ ਆ। ਵਾਟਰ ਸੋਲੂਬਲ ਕਿਉਂ ਹੁੰਦੇ ਆ? ਕਿਉਂਕਿ ਹੁਣ ਦੇਖੋ ਜੇ ਮੈਂ ਇੱਕ ਐਸਿਡ ਬਣਾਵਾਂ, ਠੀਕ ਹੈ, ਠੀਕ ਹੈ, ਹੁਣ ਜਿਹੜਾ ਕੋਈ ਵਾਟਰ ਮੋਲੀਕਿਊਲ ਆ, ਜੇ ਵਾਟਰ ਮੋਲੀਕਿਊਲ ਇੱਧਰ ਆ, ਕੋਈ ਵਾਟਰ ਮੋਲੀਕਿਊਲ, ਇਹਨੇ ਇਹਦੇ ਨਾਲ ਆਕਸੀਜਨ ਤਾਂ ਹਾਈਡਰੋਜਨ ਨੇ ਹਾਈਡਰੋਜਨ ਬੌਂਡਿੰਗ ਬਣਾ ਲਈ, ਇੱਧਰ ਹਾਈਡਰੋਜਨ ਸੀਗਾ। ਜੇ ਵਾਟਰ ਦਾ ਆਕਸੀਜਨ ਮੋਲੀਕਿਊਲ ਹੈ, ਇਹਨੇ ਇਹਦੇ ਨਾਲ ਹਾਈਡਰੋਜਨ ਬੌਂਡਿੰਗ ਬਣਾ ਲਈ। ਮਤਲਬ ਤੁਸੀਂ ਯਾਦ ਰੱਖਣਾ ਕਿ ਐਲੀਫੈਟਿਕ ਐਸਿਡਸ ਵਾਟਰ ਸੋਲੂਬਲ ਹੁੰਦੇ ਆ ਕਿਉਂਕਿ ਇਹ ਵਾਟਰ ਦੇ ਨਾਲ ਹਾਈਡਰੋਜਨ ਬੌਂਡਿੰਗ ਬਣਾ ਲੈਂਦੇ ਆ। ਤਾਂ ਕਰਕੇ ਆਪਾਂ ਕਹਿ ਦਿੰਦੇ ਆ ਕਿ ਹੁੰਦੇ ਹੀ ਆ ਇਹ ਵਾਟਰ ਸੋਲੂਬਲ ਹੁੰਦੀ ਹੈ, ਕਿਉਂਕਿ ਹਾਈਡਰੋਜਨ ਦੇ ਨਾਲ ਇਹ ਕੀ ਬਣਾਉਂਦੇ ਆ? ਵਾਟਰ ਦੇ ਨਾਲ ਹਾਈਡਰੋਜਨ ਬੌਂਡਿੰਗ ਬਣਾ ਲੈਂਦੇ ਆ। ਠੀਕ ਹੈ, ਬਟ ਜਿੱਦਾਂ ਜਿੱਦਾਂ ਅਲਕਾਈਲ ਗਰੁੱਪ ਦਾ ਸਾਈਜ਼ ਵਧੀ ਜਾਂਦਾ ਆ, ਠੀਕ ਹੈ, ਜਿੱਦਾਂ ਜਿੱਦਾਂ ਇਹ ਅਲਕਾਈਲ ਗਰੁੱਪ ਵੱਡਾ ਹੋਈ ਜਾਂਦਾ ਹੈ, ਠੀਕ ਹੈ, ਇਹਦਾ ਸਾਈਜ਼ ਇਨਕਰੀਜ਼ ਹੋਈ ਜਾਂਦਾ। ਠੀਕ ਹੈ, ਆਪਾਂ ਕੀ ਲਿਖਾਂਗੇ? ਐਸ ਦਾ ਸਾਈਜ਼ of alkyl group increases, as the size of alkyl group increases, ਜਿੱਦਾਂ ਜਿੱਦਾਂ ਐਲਕਾਈਲ ਗਰੁੱਪ ਦਾ ਸਾਈਜ਼ ਵਧੀ ਜਾਂਦਾ ਆ, ਜਿਹੜੀ ਸੋਲੂਬਿਲਿਟੀ ਆ ਉਹ ਡਿਕਰੀਜ਼ ਹੋ ਜਾਣੀ ਹੈ। ਸੋਲੂਬਿਲਿਟੀ ਕਿਆ ਹੋ ਜਾਂਦੀ ਹੈ? ਡਿਕਰੀਜ਼ ਹੋ ਜਾਂਦੀ ਹੈ। ਸੋਲੂਬਿਲਿਟੀ ਡਿਕਰੀਜ਼ ਹੋ ਜਾਂਦੀ ਹੈ। ਸੋਲੂਬਿਲਿਟੀ ਡਿਕਰੀਜ਼ ਕਾਹਤੇ ਹੋ ਜਾਂਦੀ ਹੈ? ਕਿਉਂਕਿ ਜਿਹੜਾ ਇਹ ਜਿੱਦਾਂ ਜਿੱਦਾਂ ਇਹਦਾ ਸਾਈਜ਼ ਵਧੀ ਜਾਣਾ ਆ, ਇਹਨੇ ਹਾਈਡਰੋਜਨ ਬੌਂਡਿੰਗ ਨੂੰ ਹੋਣ ਤੋਂ ਰੋਕ ਦੇਣਾ, ਉਹਨੂੰ ਢੱਕ ਲੈਣਾ ਆ, ਠੀਕ ਹੈ, ਕਵਰ ਕਰ ਲੈਣਾ ਆ ਉਹ ਚੀਜ਼ ਨੂੰ। ਠੀਕ ਹੈ, ਜੇ ਆਪਾਂ ਬੋਲ ਦਿੰਦੇ ਆ ਜਿੱਦਾਂ ਜਿੱਦਾਂ ਅਲਕਾਈਲ ਗਰੁੱਪ ਦਾ ਸਾਈਜ਼ ਵਧੀ ਜਾਂਦਾ, ਇਹ ਮਾਸਕ ਕਰ ਲੈਂਦਾ। ਮਾਸਕ ਮੀਨਸ ਕਵਰ ਕਰ ਲੈਂਦਾ ਹੈ ਮਾਸਕ ਦਾ ਹਾਈਡਰੋਜਨ ਬੌਂਡਿੰਗ, ਠੀਕ ਹੈ, ਉਹਨੂੰ ਹੋਣ ਤੋਂ ਰੋਕ ਦਿੰਦਾ ਜਾਂ ਉਹਨੂੰ ਢੱਕ ਲੈਂਦਾ। ਠੀਕ ਹੈ, ਤੁਸੀਂ ਇੰਨਾ ਕੁ ਯਾਦ ਰੱਖਣਾ ਕਿ ਜਦੋਂ ਅਲਕਾਈਲ ਗਰੁੱਪ 1 ਤੋਂ ਲੈ ਕੇ 5 ਤੱਕ ਆ, ਕਾਰਬਨ ਐਟਮ 1 ਤੋਂ ਲੈ ਕੇ 5 ਤੱਕ ਆ, ਮਤਲਬ ਅਲਕਾਈਲ ਗਰੁੱਪ ਛੋਟਾ ਆ, ਇਹ ਵਾਟਰ ਸੋਲੂਬਲ ਆ ਬਿਕੋਜ਼ ਆਫ ਹਾਈਡਰੋਜਨ ਬੌਂਡਿੰਗ।
ਬਟ ਜਿੱਦਾਂ ਜਿੱਦਾਂ ਐਲਕਾਈਲ ਗਰੁੱਪ ਦਾ ਸਾਈਜ਼ ਵੱਧ ਜਾਂਦਾ ਆ ਸੋਲੂਬਿਲਿਟੀ ਡਿਕਰੀਜ਼ ਹੋ ਜਾਂਦੀ ਹੈ। ਡਿਕਰੀਜ਼ ਕਾਹਦੇ ਹੋ ਜਾਂਦੀ ਹੈ? ਜਿੱਦਾਂ ਜਿੱਦਾਂ ਇਹਦਾ ਸਾਈਜ਼ ਵਧੀ ਜਾਣਾ ਆ ਇਹਨੇ ਹਾਈਡਰੋਜਨ ਬੌਂਡਿੰਗ ਹੋਣ ਤੋਂ ਰੋਕ ਦੇਣੀ ਆ। ਤੇ ਉਹਦੇ ਬਾਅਦ ਵਿੱਚ ਜਿਹੜੇ ਐਰੋਮੈਟਿਕ ਐਸਿਡਸ ਹੁੰਦੇ ਆ ਉਹ ਬੇਸਿਕਲੀ ਵਾਟਰ ਸੋਲੂਬਲ ਨਹੀਂ ਹੁੰਦੇ, ਠੀਕ ਹੈ ਨਾ। ਐਸਿਡ ਲਿਖਣਾ ਸੀ, ਐਰੋਮੈਟਿਕ ਐਸਿਡਸ ਵਾਟਰ ਸੋਲੂਬਲ ਨਹੀਂ ਹੁੰਦੇ, ਠੀਕ ਹੈ ਨਾ। ਮਤਲਬ ਇਹਦੇ ਉੱਤੇ ਕ੍ਰਾਸ ਲਗਾ ਦੇਣਾ, ਇਹ ਵਾਟਰ ਸੋਲੂਬਲ ਨਹੀਂ ਹੁੰਦੇ। ਸੋਲੂਬਿਲਿਟੀ ਦੇ ਵਿੱਚ ਇੰਨਾ ਕੁ ਯਾਦ ਰੱਖਣਾ ਕਿ ਕਿਹੜੇ ਵਾਟਰ ਦੇ ਵਿੱਚ ਘੁਲਦੇ ਆ, ਕਿਹੜੇ ਘਟ ਜਾਂਦੇ ਆ ਤੇ ਕਿਹੜੇ ਨਹੀਂ ਹੁੰਦੇ, ਠੀਕ ਹੈ ਨਾ। ਇਹ ਤਿੰਨ ਚੀਜ਼ਾਂ ਪੜ੍ਹ ਲੈਣੀਆਂ ਤੇ ਬਸ ਇੰਨਾ ਕੁ ਹੀ ਕਰਨਾ। ਫਿਰ ਆਪਾਂ ਨੈਕਸਟ ਪ੍ਰੋਪਰਟੀ ਕਰਾਂਗੇ ਬੋਇਲਿੰਗ ਪੁਆਇੰਟ। ਫੋਰਥ ਪ੍ਰੋਪਰਟੀ ਕਿਹੜੀ ਹੈ ਸਾਡੀ? ਬੋਇਲਿੰਗ ਪੁਆਇੰਟ। ਤੇ ਬੇਟਾ ਨੈਕਸਟ ਸਾਡੀ ਪ੍ਰੋਪਰਟੀ ਆ ਬੋਇਲਿੰਗ ਪੁਆਇੰਟ, ਠੀਕ ਹੈ। ਇਹਦੇ ਵਿੱਚ ਸਿੰਪਲ ਜਿਹੀ ਚੀਜ਼ ਆ, ਉਹ ਕਹਿੰਦਾ ਮੋਨੋਕਾਰਬੋਕਸਿਲਿਕ ਐਸਿਡਸ ਹੈਵ ਹਾਇਰ ਬੋਇਲਿੰਗ ਪੁਆਇੰਟ ਐਸ ਕੰਪੇਅਰਡ ਟੂ ਐਲਕੋਹਲਸ ਆਫ ਕੰਪੈਰੇਬਲ ਮੋਲੀਕੂਲਰ ਮਾਸ, ਠੀਕ ਹੈ। ਇਹਦੇ ਵਿੱਚ ਐਗਜ਼ਾਮਪਲ ਲਈ ਆ, ਇੱਕ ਲਿਆ N ਪ੍ਰੋਪਾਈਲ ਅਲਕੋਹਲ, N ਪ੍ਰੋਪਾਈਲ ਅਲਕੋਹਲ ਲਿਆ, ਠੀਕ ਹੈ। ਦੂਸਰੇ ਪਾਸੇ ਆਪਾਂ ਲਿਆ ਐਸੀਟਿਕ ਐਸਿਡ, ਠੀਕ ਹੈ। ਹੁਣ ਇਹਨਾਂ ਦੋਨਾਂ ਦਾ ਮਾਸ ਆਲਮੋਸਟ 60 ਦੇ ਲਾਗੇ ਛਾਗੇ ਆ। ਹੁਣ ਮੈਂ ਕੱਢ ਕੇ ਨਹੀਂ ਦੇਖਿਆ ਕਿੰਨਾ, ਤੁਸੀਂ 60 ਵੀ ਹੋ ਸਕਦਾ, ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦਾ ਹੈਗਾ। CH3CH2CH2OH, ਇਹ ਆ ਐਸੀਟਿਕ ਐਸਿਡ ਹੈਗਾ CH3C ਡਬਲ ਬੌਂਡ OH, ਠੀਕ ਹੈ। ਕਹਿੰਦਾ ਕਿ ਦੋਨਾਂ ਦਾ ਮੋਲੀਕੂਲਰ ਮਾਸ ਸੇਮ ਆ। ਹੁਣ ਮੋਲੀਕੂਲਰ ਮਾਸ ਸੇਮ ਆ ਬਟ ਮੋਲੀਕੂਲਰ ਮਾਸ ਤੇ ਜਿਹੜੀ ਚੀਜ਼ ਡਿਪੈਂਡ ਕਰਦੀ ਹੈ, ਠੀਕ ਹੈ ਨਾ। ਮੋਲੀਕੂਲਰ ਮਾਸ ਤੇ ਡਿਪੈਂਡ ਕਰਦੀਆਂ ਵੰਡਰ ਵਾਲ ਫੋਰਸਿਸ। ਮੋਲੀਕੂਲਰ ਮਾਸ ਤੇ ਕਿਹੜੀ ਚੀਜ਼ ਡਿਪੈਂਡ ਕਰਦੀ ਪਈ ਆ? ਵੰਡਰ ਵਾਲ ਫੋਰਸਿਸ। ਜਿੰਨਾ ਮੋਲੀਕੂਲਰ ਮਾਸ ਵੰਡਰਵਾਲ, ਯਾਰ ਕੀ ਕਰੀਏ ਨਾ, ਵੰਡਰਵਾਲ ਫੋਰਸਿਸ, ਜਿੰਨਾ ਮੋਲੀਕੂਲਰ ਮਾਸ ਜ਼ਿਆਦਾ ਹੋਊਗਾ ਉਨੀਆਂ ਵੰਡਰਵਾਲ ਫੋਰਸਿਸ ਜ਼ਿਆਦਾ ਹੋਣਗੀਆਂ, ਉਨਾ ਬੋਇਲਿੰਗ ਪੁਆਇੰਟ ਜ਼ਿਆਦਾ ਹੋਣਾ ਹੈ। ਬਟ ਇਸ ਕੇਸ ਦੇ ਵਿੱਚ ਮੋਲੀਕੂਲਰ ਮਾਸ ਦੋਨਾਂ ਦਾ ਸੇਮ ਆ, ਠੀਕ ਹੈ। ਫਿਰ ਜਦੋਂ ਆਪਾਂ ਦੋਨਾਂ ਨੂੰ ਜੱਜ ਕਰਦੇ ਹਾਂ, ਜਿਹੜਾ ਐਸੀਟਿਕ ਐਸਿਡ ਹੈ ਇਹਦਾ ਬੋਇਲਿੰਗ ਪੁਆਇੰਟ ਜ਼ਿਆਦਾ ਆਉਂਦਾ ਆ, ਮੋਰ ਬੋਇਲਿੰਗ ਪੁਆਇੰਟ। ਹੁਣ ਇਹਦਾ ਬੋਇਲਿੰਗ ਪੁਆਇੰਟ ਜ਼ਿਆਦਾ ਕਾਹਤੇ ਆਇਆ, ਠੀਕ ਹੈ। ਜਦੋਂ ਇਹਨੂੰ ਸਟੱਡੀ ਕੀਤਾ ਗਿਆ ਉਹ ਕਹਿੰਦਾ ਕਿ ਜਿਹੜਾ ਇਹ ਵਾਲਾ ਮੋਲੀਕਿਊਲ ਆ ਨਾ ਇਹਦੇ ਵਿੱਚ ਡਬਲ ਹਾਈਡਰੋਜਨ। ਹੁਣ ਇਹਦਾ ਮਤਲਬ ਇਹ ਥੋੜੀ ਕਿ ਜੇ ਆਪਾਂ ਇੱਕ ਬੀਕਰ ਦੇ ਵਿੱਚ ਐਸੀਟਿਕ ਐਸਿਡ ਪਾਇਆ ਆ, ਜੇ ਇੱਕ ਬੀਕਰ ਦੇ ਵਿੱਚ ਆਪਾਂ ਐਸੀਟਿਕ ਐਸਿਡ ਪਾਇਆ, ਇਹਦੇ ਵਿੱਚ ਇਹਦੇ ਵਿੱਚ ਕਿੰਨੇ ਸਾਰੇ ਮੋਲੀਕਿਊਲ ਹੋਣਗੇ ਤੇ ਉਹਨਾਂ ਦੇ ਵਿੱਚ ਜਿਹੜੀ ਚੀਜ਼ ਹੋਣੀ ਆ ਹਾਈਡਰੋਜਨ ਬੌਂਡਿੰਗ ਕਿਸ ਤਰ੍ਹਾਂ ਦੀ ਹੋਊਗੀ, ਠੀਕ ਆ। ਦੂਸਰੇ ਨੂੰ ਇਸ ਤਰ੍ਹਾਂ ਲਿਖ ਲੈਣਾ OH ਡਬਲ ਬੌਂਡ OCH3। ਇਹ ਕੇਵਲ ਐਸੀਟਿਕ ਐਸਿਡ, ਇਹ ਕੇਵਲ ਐਸੀਟਿਕ ਐਸਿਡ। ਇਹਨਾਂ ਦੇ ਵਿੱਚ ਕਿਆ ਆ, 2 ਵਾਰੀ ਹਾਈਡਰੋਜਨ ਬੌਂਡਿੰਗ ਹੁੰਦੀ ਪਈ ਆ, ਠੀਕ ਹੈ। ਜੇ ਆਪਾਂ ਇਹਦੇ ਵਿੱਚ ਗੱਲ ਕਰੀਏ, ਇਹਦੇ ਵਿੱਚ ਕਿਆ ਸਿਰਫ ਇੱਕ ਹੀ ਆ, ਇੱਕ ਮੋਲੀਕੂਲ। ਇਹਨੂੰ ਸਾਰੇ ਨੂੰ ਮੈਂ ਇੱਦਾਂ ਲਿਖ ਦਿੰਦਾ C3 2 2 4 3 7 C3H7OH, ਠੀਕ ਹੈ। ਹੁਣ ਅਗਲੇ ਇਹਦੀ ਜਿਹੜੇ ਨਾਲ ਇਹਦੇ ਨਾਲ ਅੱਗੇ ਹਾਈਡਰੋਜਨ ਜੁੜੀ ਹੋਈ ਹੋਣੀ ਆ, ਅੱਗੇ ਆਕਸੀਜਨ, ਇੱਧਰ C3H7। ਇਹਦੇ ਵਿੱਚ ਇੱਕ ਹਾਈਡਰੋਜਨ ਬੌਂਡਿੰਗ ਹੈ, ਇਹਦੇ ਵਿੱਚ 2 ਹਾਈਡਰੋਜਨ ਬੌਂਡਿੰਗ ਹੈ। ਜਿੰਨੀ ਜ਼ਿਆਦਾ ਹਾਈਡਰੋਜਨ ਬੌਂਡਿੰਗ ਹੋਊਗੀ ਉਨਾ ਬੋਇਲਿੰਗ ਪੁਆਇੰਟ ਕੀ ਹੋਣਾ ਹੈ? ਜ਼ਿਆਦਾ। ਸੋ ਇਹਦਾ ਬੋਇਲਿੰਗ ਪੁਆਇੰਟ ਐਸੀਟਿਕ ਐਸਿਡ ਦਾ ਜ਼ਿਆਦਾ ਹੁੰਦਾ ਹੈ ਐਸ ਕੰਪੇਅਰ ਟੂ ਐਲਕੋਹਲ, ਬਟ ਵਿਦ ਕੰਪੈਰੇਬਲ ਮੋਲੀਕੂਲਰ ਮਾਸ, ਮਤਲਬ ਕਿ ਮੋਲੀਕੂਲਰ ਮਾਸ ਉਹਨਾਂ ਦਾ ਆਲਮੋਸਟ ਸੇਮ ਹੋਣਾ ਚਾਹੀਦਾ ਹੈ। ਉਸ ਕੇਸ ਦੇ ਵਿੱਚ ਜਦੋਂ ਆਪਾਂ ਹੁਣ ਦੇਖੋ ਹਾਈਡਰੋਜਨ ਬੌਂਡਿੰਗ ਦੋਨਾਂ ਦੇ ਵਿੱਚ ਹੁੰਦੀ ਪਈ ਹੈ, ਬਟ ਇਹਦੇ ਵਿੱਚ ਹਾਈਡਰੋਜਨ ਬੌਂਡਿੰਗ ਘੱਟ ਹੈ, ਮਤਲਬ ਇੱਕ ਵਾਰ ਹੁੰਦੀ ਪਈ, ਇਹਦੇ ਵਿੱਚ 2 ਵਾਰੀ ਹੁੰਦੀ ਪਈ ਹੈ। ਸੋ ਇਹਦਾ ਬੋਇਲਿੰਗ ਪੁਆਇੰਟ ਕੀ ਆਣਾ ਹੈ? ਜ਼ਿਆਦਾ ਆਣਾ ਹੈ। ਤੁਸੀਂ ਇਹ ਵੀ ਬੋਲ ਸਕਦੇ ਜਿਹੜੇ ਮੋਨੋਕਾਰਬੋਕਸਿਲਿਕ ਐਸਿਡ ਆ ਉਹ ਡਾਈਮਰ ਦੇ ਵਿੱਚ ਐਗਜ਼ਿਸਟ ਕਰਦੀ ਹੈ। ਕਿਹਦੇ ਵਿੱਚ ਐਗਜ਼ਿਸਟ ਕਰਦੇ ਆ? ਡਾਈਮਰ ਫਾਰਮ ਦੇ ਵਿੱਚ। ਮਤਲਬ ਕਿ 2 ਮੋਲੀਕਿਊਲ ਇਕੱਠੇ ਹੋ ਕੇ ਡਾਈਮਰ ਬਣਾ ਦਿੰਦੇ ਆ, ਠੀਕ ਹੈ। ਡਾਈਮਰ ਫਾਰਮ ਦੇ ਵਿੱਚ ਐਗਜ਼ਿਸਟ ਕਰਦੇ ਆ, ਓਕੇ। ਤੇ ਉਹਦੇ ਬਾਅਦ ਵਿੱਚ ਇੱਕ ਹੋਰ ਚੀਜ਼ ਦੇਖ ਲਓ,
ਹੁਣ ਐਸਿਡ ਲੈ, ਹੁਣ ਇਹ ਤਾਂ ਆਪਾਂ ਐਸਿਡ ਤੇ ਅਲਕੋਹਲ ਨੂੰ ਜੱਜ ਕਰ ਲਿਆ ਕਿ ਕਿਹਦਾ ਬੋਇਲਿੰਗ ਪੁਆਇੰਟ ਜ਼ਿਆਦਾ ਆ ਤੇ ਕਿਉਂ ਆ, ਮੇਰੇ ਅਕੋਰਡਿੰਗ ਸਮਝ ਆ ਗਿਆ ਹੋਣਾ। ਫਿਰ ਆਪਾਂ ਐਸਿਡਸ ਲੈ, ਇੱਕ ਲੈ ਲਿਆ ਫਾਰਮਿਕ ਐਸਿਡ, ਫਿਰ ਐਸੀਟਿਕ ਐਸਿਡ, ਫਿਰ ਉਹਦੇ ਬਾਅਦ 'ਚ ਮੈਨੂੰ ਨਾਮ ਭੁੱਲ ਗਿਆ, ਪ੍ਰੋਪੇਨੋਇਕ ਐਸਿਡ, ਲੈਣ ਤੇ ਆ ਗਿਆ ਮੈਂ, ਠੀਕ ਹੈ। ਹੁਣ ਜਿਹੜਾ ਇਹਦੇ ਬੋਇਲਿੰਗ ਪੁਆਇੰਟ ਦੀ ਗੱਲ ਕਰਦੇ ਆ, ਇਹਦੇ ਵਿੱਚ ਬੋਇਲਿੰਗ ਪੁਆਇੰਟ ਇਹਦਾ ਹੁੰਦਾ 373, ਇਹਦਾ 391, ਇਹਦਾ 424। ਹੁਣ ਦੇਖੋ ਹੈਗੇ ਤਾਂ ਸਾਰੇ ਐਸਿਡ ਆ, ਮਤਲਬ ਕਿ ਸਾਰਿਆਂ ਦੇ ਵਿੱਚ ਹਾਈਡਰੋਜਨ ਬੌਂਡਿੰਗ ਕਿੰਨੀ ਵਾਰੀ ਹੁੰਦੀ ਪਈ ਆ, 2 ਵਾਰੀ ਇਹ 'ਚ ਹੁੰਦੀ ਪਈ, 2 ਵਾਰੀ ਇਹ 'ਚ ਹੁੰਦੀ ਪਈ। ਹਾਈਡਰੋਜਨ ਬੌਂਡਿੰਗ ਤਾਂ ਸਾਰਿਆਂ 'ਚ ਇਸ ਤਰ੍ਹਾਂ ਦੀ ਹੁੰਦੀ ਪਈ ਹੈ। ਫਰਕ ਕੀ ਆ ਰਿਹਾ, ਫਰਕ ਕੀ ਆ ਰਿਹਾ, ਇਹਦਾ ਜਿਹੜਾ ਮੋਲੀਕੂਲਰ ਮਾਸ ਆ, ਇਹਦੇ ਵਿੱਚ ਹਾਈਡਰੋਜਨ ਲੱਗਾ ਹੋਇਆ, ਇਹਦੇ ਵਿੱਚ ਮਿਥਾਈਲ ਗਰੁੱਪ ਲੱਗਾ ਹੋਇਆ, ਇਹਦੇ ਵਿੱਚ ਇਥਾਈਲ ਗਰੁੱਪ ਲੱਗਾ ਹੋਇਆ। ਮਤਲਬ ਕਿ ਜਿੱਦਾਂ ਜਿੱਦਾਂ ਆਪਾਂ ਇਸ ਸਾਈਡ ਨੂੰ ਜਾ ਰਹੇ ਹਾਂ, ਜਿਹੜਾ ਮੋਲੀਕੂਲਰ ਮਾਸ ਉਹ ਇਨਕਰੀਜ਼ ਹੋ ਰਿਹਾ। ਮੋਲੀਕੂਲਰ ਮਾਸ ਕੀ ਹੋ ਰਿਹਾ, ਇਨਕਰੀਜ਼। ਜੇ ਇਸ ਸਾਈਡ ਨੂੰ ਜਾਣੇ ਪਏ ਮੋਲੀਕੂਲਰ ਮਾਸ ਇਨਕਰੀਜ਼ ਹੋ ਰਿਹਾ। ਮੋਲੀਕੂਲਰ ਮਾਸ ਇਨਕਰੀਜ਼ ਹੋਣ ਦੇ ਨਾਲ ਕਿਹੜੀ ਚੀਜ਼ ਇਨਕਰੀਜ਼ ਹੋਈ, ਹੁਣੇ ਪੜ੍ਹ ਕੇ ਆਏ, ਵੰਡਰਵਾਲ ਫੋਰਸਿਸ ਆਫ ਅਟਰੈਕਸ਼ਨ। ਵੰਡਰਵਾਲ ਫੋਰਸਿਸ ਆਫ ਅਟਰੈਕਸ਼ਨ, ਕਿਹੜੀ ਚੀਜ਼ ਇਨਕਰੀਜ਼ ਹੋ ਗਈ, ਵੰਡਰਵਾਲ ਫੋਰਸਿਸ ਆਫ ਅਟਰੈਕਸ਼ਨ। ਜੇ ਵੰਡਰਵਾਲ ਫੋਰਸਿਸ ਆਫ ਅਟਰੈਕਸ਼ਨ ਇਨਕਰੀਜ਼ ਹੋ ਰਹੀਆਂ, ਵੰਡਰਵਾਲ ਫੋਰਸਿਸ ਆਫ ਅਟਰੈਕਸ਼ਨ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀਆਂ ਬੋਇਲਿੰਗ ਪੁਆਇੰਟ ਤੇ। ਜਿੰਨਾ ਵੰਡਰਵਾਲ ਫੋਰਸਿਸ ਜ਼ਿਆਦਾ ਹੋਣਗੀਆਂ ਉਨਾ ਬੋਇਲਿੰਗ ਪੁਆਇੰਟ ਜ਼ਿਆਦਾ ਹੋਣਾ। ਸੋ ਇਸ ਸਾਈਡ ਨੂੰ ਹਾਈਡਰੋਜਨ ਬੌਂਡਿੰਗ ਤਾਂ ਸੇਮ ਆ ਤਿੰਨਾਂ ਦੇ ਵਿੱਚ, ਬਟ ਜਿੱਦਾਂ ਜਿੱਦਾਂ ਆਪਾਂ ਇਸ ਸਾਈਡ ਨੂੰ ਮੂਵ ਕਰਦੇ ਪਏ ਆ, ਮੋਲੀਕੂਲਰ ਮਾਸ ਇਨਕਰੀਜ਼ ਹੋ ਰਿਹਾ। ਮੋਲੀਕੂਲਰ ਮਾਸ ਇਨਕਰੀਜ਼ ਹੋਣ ਦੇ ਨਾਲ ਵੰਡਰਵਾਲ ਫੋਰਸਿਸ ਆਫ ਅਟਰੈਕਸ਼ਨ ਇਨਕਰੀਜ਼ ਹੋ ਰਹੀਆਂ, ਜਿਹਦੇ ਕਰਕੇ ਬੋਇਲਿੰਗ ਪੁਆਇੰਟ ਇਸ ਸਾਈਡ ਨੂੰ ਇਨਕਰੀਜ਼ ਕਰ ਰਿਹਾ ਆ। ਠੀਕ ਹੈ, ਕਿਉਂ ਕਰ ਰਿਹਾ ਤੁਸੀਂ ਪ੍ਰੋਪਰ ਸਮਝ ਗਏ ਹੋਵੋਗੇ। ਓਕੇ ਬੇਟਾ, ਨੈਕਸਟ ਆਪਾਂ ਕਰਨਾ ਮੈਲਟਿੰਗ ਪੁਆਇੰਟ। ਮੈਲਟਿੰਗ ਪੁਆਇੰਟ ਕਿਆ ਹੁੰਦਾ, ਉਹ ਪੁਆਇੰਟ ਜਿਹਦੇ ਤੇ ਜਾ ਕੇ ਕੋਈ ਵੀ ਐਸਿਡ ਮੈਲਟ ਕਰਦਾ ਪਿਆ। ਠੀਕ ਹੈ, ਹੁਣ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਸਰ ਇਹ ਤਾਂ ਜੀ ਤੁਸੀਂ ਪਹਿਲਾਂ ਬੋਲ ਕੇ ਹਟੇ ਕਿ ਲਿਕੁਇਡਸ ਹੁੰਦੇ ਆ, ਉਹਨਾਂ ਨੂੰ ਛੱਡ ਦਿਓ, ਆਪਾਂ ਇਦਾਂ ਦੇ ਟੈਂਪਰੇਚਰ ਤੇ ਉਹਨੂੰ ਸੋਲਿਡ ਵੀ ਬਣਾ ਸਕਦੇ ਹਾਂ। ਠੀਕ ਹੈ, ਕੂਲ ਕਰਕੇ ਸੋਲਿਡ ਬਣਾ ਲਿਆ, ਠੀਕ ਹੈ ਨਾ, ਉਹ ਟੈਂਪਰੇਚਰ ਜੇ ਤੇ ਲਿਕੁਇਡ ਸਟੇਟ 'ਚ ਆਉਂਦੇ ਪਏ ਉਹਨੂੰ ਆਪਾਂ ਮੈਲਟਿੰਗ ਪੁਆਇੰਟ ਕਹਿ ਸਕਦੇ ਹਾਂ। ਠੀਕ ਹੈ, ਹੁਣ ਦੇਖੋ ਇਹ ਐਕਸਪੈਰੀਮੈਂਟਲ ਡਾਟਾ ਬੁੱਕ ਦੇ ਵਿੱਚੋਂ ਲਿਖਿਆ, ਉਹ ਐਕਸਪੈਰੀਮੈਂਟਲ ਹੀ ਡਾਟਾ ਬੋਲਦੇ ਆ ਇਹਨੂੰ। ਇਹ ਸਾਡੇ ਕੋਲ 1 2 3 ਵਾਲਾ ਐਸਿਡ ਆ, 1 2 3 4 ਵਾਲਾ ਐਸਿਡ ਆ, 1 2 3 4 5 ਵਾਲਾ ਐਸਿਡ ਆ। ਤੁਸੀਂ ਚਲੋ ਇਹਨਾਂ ਨੂੰ ਤਾਂ ਇਹਨੂੰ ਤਾਂ ਛੱਡ ਦਿਓ, ਠੀਕ ਹੈ ਨਾ, ਆਪਾਂ ਇਹਨਾਂ ਦੋਨਾਂ ਤੋਂ ਹੀ ਸਮਝ ਲੈਣਾ। ਹੁਣ ਜਿੱਦਾਂ ਜਿੱਦਾਂ ਆਪਾਂ ਇਸ ਤਰਫ ਤੋਂ ਮਤਲਬ ਕਿ ਇਹ 'ਚ 3 ਕਾਰਬਨ ਐਟਮ 3 to 4 ਗਏ, ਮਤਲਬ ਕਿ ਔਡ ਟੂ ਈਵਨ ਗਏ। ਹੁਣ ਦੇਖੋ ਆਪਾਂ ਇਹਦੇ ਵਿੱਚ ਕਾਰਬਨ ਐਟਮ ਵਧੀ ਆ ਇੱਕ, ਠੀਕ ਹੈ ਨਾ, ਕਾਰਬਨ ਤੇ CH2 ਇੰਨਾ ਗਰੁੱਪ ਵਧਿਆ, ਬਟ ਇਹਦਾ ਜੇ ਇਨਕਰੀਜ਼ ਹੋਇਆ ਮੋਲੀਕੂਲਰ weight ਵਧਿਆ, ਸਾਡਾ ਮੈਲਟਿੰਗ ਪੁਆਇੰਟ ਇਨਕਰੀਜ਼ ਹੋਣਾ ਚਾਹੀਦਾ ਸੀਗਾ, ਬਟ ਮੈਲਟਿੰਗ ਪੁਆਇੰਟ ਇਨਕਰੀਜ਼ ਨਹੀਂ ਹੁੰਦਾ ਪਿਆ ਹੈ। ਠੀਕ ਹੈ, ਮੈਲਟਿੰਗ ਪੁਆਇੰਟ ਇਨਕਰੀਜ਼ ਨਹੀਂ ਹੁੰਦਾ ਪਿਆ, ਉਹ ਸਗੋਂ ਓਹੋ ਰੁਕੋ 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 ਗੜਬੜ ਹੋ ਗਈ। ਹਾਂ ਠੀਕ ਹੈ ਬੇਟਾ, ਇੱਕ ਵਾਰੀ ਫਿਰ ਦੇਖ ਲਓ। ਆਪਾਂ ਇੱਧਰੋਂ ਇੱਧਰ ਗਏ, ਇੱਕ CH2 ਗਰੁੱਪ ਵਧਿਆ, ਹੁਣ ਇੱਕ ਮੋਲੀਕੂਲਰ weight ਵੱਧ ਰਿਹਾ ਸਾਡਾ, ਇਹ ਇਨਕਰੀਜ਼ ਹੋ ਗਿਆ। ਠੀਕ ਹੈ, ਇਹਨੂੰ ਆਪਾਂ ਮੰਨ ਲੈਂਦੇ ਹਾਂ, ਇਹ ਬੋਲਣਾ ਚਾਹਨਾ ਹੈ ਮੈਂ ਕਿ ਇੱਧਰ 3 ਕਾਰਬਨ ਐਟਮ ਸੀ, ਇੱਧਰ 1 ਕਾਰਬਨ ਐਟਮ ਵੱਧ ਗਿਆ। ਠੀਕ ਹੈ ਨਾ, ਹਾਈਡਰੋਜਨ ਵੀ ਵਧੀ ਨਾਲ, ਤਾਂ ਕਰਕੇ ਮੈਲਟਿੰਗ ਪੁਆਇੰਟ ਇਨਕਰੀਜ਼ ਕਰ ਗਿਆ। ਫਿਰ ਇਹਦੇ ਤੋਂ ਅੱਗੇ ਆ 1 2 3 4 5 ਹੋ ਗਏ, 1 ਕਾਰਬਨ ਐਟਮ CH2 ਗਰੁੱਪ ਹੋਰ ਵੱਧਦਾ ਪਿਆ, ਬਟ ਇਹਦਾ ਜਿਹੜਾ ਮੈਲਟਿੰਗ ਪੁਆਇੰਟ ਹੈ ਘੱਟ ਆਇਆ, ਇਹਦੇ ਕੰਪੈਰੀਜ਼ਨ ਇਹਦਾ ਮੈਲਟਿੰਗ ਪੁਆਇੰਟ ਘੱਟ ਆਇਆ। ਉਹ ਡਿਕਰੀਜ਼ ਕਾਤੇ ਹੋ ਗਿਆ। ਠੀਕ ਹੈ, ਉਹ ਆਪਾਂ ਰੀਜ਼ਨ ਜਾਣਨਾ ਕਿ ਉਹ ਡਿਕਰੀਜ਼ ਕਾਤੇ ਹੋਇਆ। ਠੀਕ ਹੈ, ਉਹ ਰੀਜ਼ਨ ਦੇਖਣਾ। ਉਹ ਰੀਜ਼ਨ ਜਿਹੜਾ ਹੁੰਦਾ ਨਾ ਇਹਦੇ ਵਿੱਚ, ਜੇ ਤੁਸੀਂ ਹੋਰ ਰੁਕੋ 2 ਮਿੰਟ। ਠੀਕ ਹੈ ਬੇਟਾ, ਆਪਾਂ ਇਹ ਚੀਜ਼ ਕਰਦੇ ਪਏ ਹਾਂ ਕਿ 3 ਕਾਰਬਨ ਵਾਲਾ ਆ, 4 ਕਾਰਬਨ ਵਾਲਾ ਆ, 5 ਕਾਰਬਨ ਵਾਲਾ। ਠੀਕ ਹੈ, ਹੁਣ ਇੱਧਰ ਤੋਂ ਇੱਧਰ ਗਏ ਇਨਕਰੀਜ਼ ਹੋਇਆ, ਚਲੋ ਠੀਕ ਆ, ਅੱਗੇ ਵੀ ਇਨਕਰੀਜ਼ ਹੋਣਾ ਚਾਹੀਦਾ ਸੀ, ਬਟ ਅੱਗੇ ਡਿਕਰੀਜ਼ ਹੋ ਰਿਹਾ ਆ। ਠੀਕ ਹੈ, ਇੱਕ ਇਹਦੇ ਵਿੱਚ ਅਲਟਰਨੇਸ਼ਨ ਇਫੈਕਟ ਆਉਂਦਾ ਹੈ। ਠੀਕ ਹੈ ਨਾ, ਕਈ ਵਾਰੀ ਪੁੱਛ ਸਕਦੇ ਅਲਟਰਨੇਸ਼ਨ ਇਫੈਕਟ ਕੀ ਹੁੰਦਾ। ਉਹ ਇਫੈਕਟ ਇਹ ਹੁੰਦਾ ਕਿ ਜਦੋਂ ਆਪਾਂ ਮੈਲਟਿੰਗ ਪੁਆਇੰਟ ਦੀ ਗੱਲ ਕਰਦੇ ਹਾਂ, ਜਿਹੜਾ ਈਵਨ ਨੰਬਰ ਵਾਲਾ ਐਸਿਡ ਆ, ਈਵਨ ਨੰਬਰ ਵਾਲਾ ਜਿਹੜਾ ਐਸਿਡ ਆ, ਉਹਦਾ
ਔਡ ਅੱਗੇ ਵਾਲੇ ਤੋਂ ਵੀ ਤੇ ਔਡ ਪਿੱਛੇ ਵਾਲੇ ਤੋਂ ਵੀ ਮੈਲਟਿੰਗ ਪੁਆਇੰਟ ਜ਼ਿਆਦਾ ਹੁੰਦਾ ਆ, ਉਹਨੂੰ ਆਪਾਂ ਅਲਟਰਨੇਸ਼ਨ ਇਫੈਕਟ ਬੋਲਦੇ ਆ। ਠੀਕ ਹੈ, ਕਿ ਜਿਹੜਾ ਈਵਨ ਵਾਲਾ ਆ ਉਹ ਤੋਂ ਅੱਗੇ ਵਾਲਾ ਔਡ ਵੀ ਤੇ ਪਿੱਛੇ ਵਾਲੇ ਔਡ ਤੋਂ ਵੀ ਉਹਦਾ ਮੈਲਟਿੰਗ ਪੁਆਇੰਟ ਜ਼ਿਆਦਾ ਹੁੰਦਾ, ਉਹਨੂੰ ਆਪਾਂ ਕਿਆ ਬੋਲਦੇ ਪਏ, ਅਲਟਰਨੇਸ਼ਨ ਇਫੈਕਟ। ਇਹਦੇ ਵਿੱਚ ਬੇਸਿਕਲੀ ਇੱਕ ਸਟਰਕਚਰ ਬਣਦੀ ਹੈ। ਠੀਕ ਹੈ ਨਾ, ਇਹਦੇ ਵਿੱਚ ਇਸ ਤਰ੍ਹਾਂ ਚੱਲਣਾ ਜਿੱਦਾਂ CH3 CH2 C ਡਬਲ ਬੌਂਡ OH, ਇੱਦਾਂ ਜਿਗ ਜੈਗ ਸਟਰਕਚਰ ਬਣਾਉਣੀ। ਇਹਦੀ ਬਣਾਵਾਂਗੇ CH3 CH2 ਉੱਪਰ, ਫਿਰ CH2 COOH। ਇਹਦੀ ਬਣਾਵਾਂਗੇ ਹੁਣ CH3 CH2 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 COOH। ਹੁਣ ਜੇ ਮੈਂ ਤੁਹਾਨੂੰ ਪੁੱਛਾਂ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਸਿਮੈਟਰੀਕਲ ਕਿਹੜਾ ਹੋਊਗਾ, ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸਿਮੈਟਰੀਕਲ ਇਹ ਵਾਲਾ ਹੁੰਦਾ ਹੈ। ਠੀਕ ਹੈ, ਸਿਮੈਟਰੀਕਲ। ਹੁਣ ਦੇਖੋ ਇਹਦੇ ਵਿੱਚ ਦੋਨੋਂ ਸੇਮ ਸਾਈਡ ਆ, ਤਾਂ ਕਰਕੇ ਕਿਤੇ ਨਾ ਕਿਤੇ ਰਿਪਲਸ਼ਨ ਹੋਊਗੀ। ਇਹ ਓਪੋਜ਼ਿਟ ਸਾਈਡ ਆ, ਸੋ ਸਿਮੈਟਰੀ ਆ। ਇਹ ਸੇਮ ਸਾਈਡ ਆ, ਇਹਦੇ ਵਿੱਚ ਸਿਮੈਟਰੀ ਹੈ ਨਹੀਂ ਹੋ। ਜਿੰਨਾ ਜ਼ਿਆਦਾ ਸਿਮੈਟਰਿਕ ਹੋਊਗਾ ਉਨੀ ਕਲੋਜ਼ ਪੈਕਿੰਗ ਹੋਣੀ ਆ, ਉਨੀ ਕਿਆ ਹੋਣੀ ਆ, ਕਲੋਜ਼ ਪੈਕਿੰਗ। ਆਪਾਂ ਨੇੜੇ ਨੇੜੇ ਰੱਖ ਕੇ ਇਹਨੂੰ ਅਰੇਂਜ ਕਰ ਸਕਦੇ ਹਾਂ। ਜਿੰਨੀ ਜ਼ਿਆਦਾ ਕਲੋਜ਼ ਪੈਕਿੰਗ ਹੋਣੀ ਆ ਉਨਾ ਮੋਰ ਦਾ ਮੈਲਟਿੰਗ ਪੁਆਇੰਟ, ਮੋਰ ਵਿਲ ਵੀ ਮੈਲਟਿੰਗ ਪੁਆਇੰਟ। ਠੀਕ ਹੈ ਨਾ, ਉਨਾ ਮੈਲਟਿੰਗ ਪੁਆਇੰਟ ਜ਼ਿਆਦਾ ਹੋਊਗਾ। ਇਹਦੇ ਵਿੱਚ ਇਹ ਚੀਜ਼ ਯਾਦ ਰੱਖਣੀ ਆ, ਇਹਦੇ ਵਿੱਚ ਜਿਹੜੇ ਟਰਮੀਨਲ ਗਰੁੱਪ ਆ ਉਹ ਸੇਮ ਸਾਈਡ ਕਰਕੇ ਸਿਮੈਟਰੀ ਨਹੀਂ ਹੁੰਦੀ। ਇਹਦੇ ਵਿੱਚ ਟਰਮੀਨਲ ਗਰੁੱਪ ਓਪੋਜ਼ਿਟ ਸਾਈਡ ਹੁੰਦੇ ਆ, ਜਿਹਦੇ ਕਰਕੇ ਇਹਦੇ ਵਿੱਚ ਸਿਮੈਟਰੀ ਆਉਂਦੀ ਆ, ਕਲੋਜ਼ ਪੈਕਿੰਗ ਹੋ ਜਾਂਦੀ ਆ ਤੇ ਮੋਰ ਮੈਲਟਿੰਗ ਪੁਆਇੰਟ। ਓਕੇ, ਠੀਕ ਹੈ, ਇੰਨਾ ਯਾਦ ਰੱਖਣਾ। ਕਿਉਂ ਹੁੰਦਾ ਪਤਾ ਲੱਗ ਗਿਆ, ਇਹਨੂੰ ਲਿਖ ਲੈਣਾ ਆਪਣੀ ਵਰਡਿੰਗ ਦੇ ਵਿੱਚ। ਤੇ ਲਾਸਟ ਇੱਕ ਲਾਈਨ ਯਾਦ ਰੱਖਣੀ ਹੈ, ਜਿਹੜੇ ਐਰੋਮੈਟਿਕ ਕਾਰਬੋਕਸਿਲਿਕ ਐਸਿਡ ਹੁੰਦੇ ਆ। ਠੀਕ ਹੈ, ਹੁਣ ਦੇਖੋ ਜਿਹੜੇ ਐਰੋਮੈਟਿਕ ਕਾਰਬੋਕਸਿਲਿਕ ਐਸਿਡ ਆ ਉਹਨਾਂ ਦੇ ਵਿੱਚ ਕਿਹੜੀ ਰਿੰਗ ਹੋਊਗੀ, ਬੈਂਜ਼ੀਨ ਰਿੰਗ ਪ੍ਰੈਜ਼ੈਂਟ ਹੁੰਦੀ ਆ। ਹੁਣ ਬੈਂਜ਼ੀਨ ਰਿੰਗ ਦੇਖੋ ਇਹ ਸਿਮੈਟਰੀਕਲੀ ਹੈ, ਸਿਮੈਟਰਿਕ ਸਟਰਕਚਰ ਹੈ ਇਹਦੀ। ਠੀਕ ਹੈ ਨਾ, ਤੋ ਤੁਸੀਂ ਯਾਦ ਰੱਖਣਾ ਜਿਹੜੇ ਐਰੋਮੈਟਿਕ ਐਸਿਡਸ ਹੁੰਦੇ ਆ ਇੱਕ ਇਹਨਾਂ ਵਿੱਚ ਬੈਂਜ਼ੀਨ ਰਿੰਗ ਕਰਕੇ ਜ਼ਿਆਦਾ ਸਿਮੈਟਰਿਕ ਹੁੰਦੇ ਆ। ਜਿੰਨੇ ਸਿਮੈਟਰਿਕ ਹੋਣਗੇ, ਠੀਕ ਹੈ, ਜਿੰਨੇ ਸਿਮੈਟਰਿਕ ਹੋਣਗੇ ਉਨਾ ਇਹਨਾਂ ਦਾ ਮੋਰ ਵਿਲ ਵੀ ਮੈਲਟਿੰਗ ਪੁਆਇੰਟ, ਉਨਾ ਮੈਲਟਿੰਗ ਪੁਆਇੰਟ ਕੀ ਹੋਊਗਾ, ਜ਼ਿਆਦਾ ਹੋਊਗਾ। ਤੁਸੀਂ ਇੰਨਾ ਕੁ ਯਾਦ ਰੱਖਣਾ। ਠੀਕ ਹੈ ਨਾ, ਪਤਾ ਲੱਗ ਗਿਆ। ਹੋਰ ਜੇ ਤੁਹਾਨੂੰ ਐਲੀਫੈਟਿਕ ਤੇ ਐਰੋਮੈਟਿਕ ਦੇ ਵਿੱਚੋਂ ਪੁੱਛੋ, ਜਿਹੜੇ ਐਰੋਮੈਟਿਕ ਐਸਿਡ ਆ ਉਹਨਾਂ ਦਾ ਮੈਲਟਿੰਗ ਪੁਆਇੰਟ ਜ਼ਿਆਦਾ ਹੈ, ਮੈਲਟਿੰਗ ਪੁਆਇੰਟ ਜ਼ਿਆਦਾ ਹੁੰਦਾ ਐਸ ਕੰਪੇਅਰ ਟੂ ਐਲੀਫੈਟਿਕ ਐਸਿਡਸ। ਠੀਕ ਹੈ, ਕੀ ਯਾਦ ਰੱਖਣਾ, ਜਿਹੜੇ ਐਰੋਮੈਟਿਕ ਐਸਿਡਸ ਆ ਉਹਨਾਂ ਦਾ ਮੈਲਟਿੰਗ ਪੁਆਇੰਟ ਜ਼ਿਆਦਾ ਹੁੰਦਾ ਐਲੀਫੈਟਿਕ ਐਸਿਡਸ ਦੇ ਨਾਲੋਂ। ਕਿਉਂ ਹੁੰਦਾ, ਕਿਉਂਕਿ ਐਰੋਮੈਟਿਕ ਦੀ ਪਲੇਨਰ ਸਟਰਕਚਰ ਹੁੰਦੀ ਹੈ। ਇਹਦੇ ਵਿੱਚ ਤੁਸੀਂ ਪਲੇਨਰ ਵੀ ਲਿਖ ਸਕਦੇ ਆ, ਪਲੇਨਰ ਐਂਡ ਸਿਮੈਟਰਿਕ ਸਟਰਕਚਰ ਹੁੰਦੀ ਹੈ, ਜਿਹਦੇ ਕਰਕੇ ਕਲੋਜ਼ ਪੈਕਿੰਗ ਹੋਊਗੀ। ਠੀਕ ਹੈ, ਤੇ ਮੈਲਟਿੰਗ ਪੁਆਇੰਟ ਜ਼ਿਆਦਾ ਹੋਊਗਾ। ਠੀਕ ਹੈ, ਅੱਜ ਲਈ ਇੰਨਾ ਕਰ ਲੈਣਾ, ਬਾਕੀ ਆਪਾਂ ਕੱਲ ਕਰਾਂਗੇ। ਓਕੇ ਬੱਚੋ।